ਹੈਲੋ ਸਟੂਡੈਂਟ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇਸ ਤੋਂ ਪਹਿਲਾਂ ਅਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 3 ਵੀਡੀਓ ਅਸੀਂ ਤਿਆਰ ਕਰ ਚੁੱਕੇ ਹਾਂ ਅਤੇ ਅੱਜ ਸਾਡੀ ਜੋ ਲਾਸਟ ਵੀਡੀਓ ਹੈ, ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਜੋ ਸਿੱਖ ਧਰਮ ਦੇ ਵਿੱਚ ਜੋ ਸਿੱਖ ਗੁਰੂ ਸਾਹਿਬਾਨ ਉਹਨਾਂ ਦਾ ਕੀ ਯੋਗਦਾਨ ਰਿਹਾ, ਉਸ ਦੇ ਬਾਰੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸ਼ੁਰੂਆਤ ਅਸੀਂ ਕਰਾਂਗੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ, ਕਿ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਜੋ ਫਸਟ ਗੁਰੂ ਹੋਏ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਦਾ ਸਿੱਖ ਧਰਮ ਪ੍ਰਤੀ ਕੀ ਯੋਗਦਾਨ ਰਿਹਾ। ਉਹਦੇ ਵਿੱਚ ਜੋ ਨੰਬਰ ਫਸਟ ਪੁਆਇੰਟ ਹੈ ਕਿ ਉਹਨਾਂ ਨੇ ਸੰਗਤ ਅਤੇ ਪੰਗਤ ਦੀ ਸਥਾਪਨਾ ਕੀਤੀ, ਯਾਨੀ ਕਿ ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਸੰਗਤ ਨੂੰ ਮਤਲਬ ਇਕੱਠਿਆਂ ਕਰਨਾ, ਉਹਨਾਂ ਨੂੰ ਅਤੇ ਪੰਗਤ ਕੇ ਇੱਕੋ ਹੀ ਕਤਾਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ, ਉਹ ਜਿਹੜੀ ਮਤਲਬ ਨੀਂਹ ਰੱਖੀ ਗਈ ਸੀ ਉਹ ਸਾਡੇ ਫਸਟ ਗੁਰੂ ਸਾਹਿਬਾਨ ਦੁਆਰਾ ਰੱਖੀ ਗਈ ਸੀ। ਅਤੇ ਸੰਗਤ ਹੈ ਕਿ ਜੋ ਆਪਣੇ ਜਿਸ ਤਰ੍ਹਾਂ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਰਹੇ ਹਾਂ ਕਿ ਸਾਰੇ ਮਤਲਬ ਜਿੰਨੀ ਵੀ ਸੰਗਤ ਹੈ ਉਹ ਇਕੱਠੀ ਬੈਠੀ ਹੁੰਦੀ ਹੈ, ਉਹਦਾ ਉਦੇਸ਼ ਹੈ ਕਿ ਜੋ ਸਿੱਖ ਧਰਮ ਗੁਰਬਾਣੀ ਨੂੰ ਜਿਹੜਾ ਅਸੀਂ ਸਮਝਣਾ, ਉਸ 'ਤੇ ਅਮਲ ਕਰਨਾ, ਅਤੇ ਦੂਜਾ ਜਿਹੜਾ ਸੀ ਜੋ ਪੰਗਤ ਹੈ ਕਿ ਅਸੀਂ ਜਿਹੜਾ ਸੀ ਆਪਣੇ ਇੱਕੋ ਹੀ ਕਤਾਰ ਦੇ ਵਿੱਚ ਜਾਂ ਇੱਕੋ ਹੀ ਪੰਕਤੀ ਵਿੱਚ ਬੈਠ ਕੇ ਪ੍ਰਸ਼ਾਦਾ ਜਿਹੜਾ ਸੀ ਉਹ ਛਕਣਾ। ਉਸ ਤੋਂ ਬਾਅਦ ਸੈਕੰਡ ਪੁਆਇੰਟ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਉਹਨਾਂ ਨੇ ਜੋ ਦੂਜਾ ਉਹਨਾਂ ਦਾ ਜੋ ਯੋਗਦਾਨ ਰਿਹਾ ਸੀ ਕਿ ਉਹਨਾਂ ਨੇ 976 ਸ਼ਬਦਾਂ ਦੀ ਰਚਨਾ ਕੀਤੀ ਹੈ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਤੇ ਤੀਜਾ ਜੋ ਉਹਨਾਂ ਦਾ ਮਤਲਬ ਮਹਾਨ ਯੋਗਦਾਨ ਰਿਹਾ ਕਿ ਉਹਨਾਂ ਨੇ ਕਰਤਾਰਪੁਰ ਨਗਰ ਦੀ ਜਿਹੜੀ ਸੀ ਸਥਾਪਨਾ ਕੀਤੀ ਸੀ, ਜੋ ਕਿ 1500 ਜਿਹੜਾ ਸੀ 21 ਦੇ ਵਿੱਚ ਕੀਤੀ, ਅਤੇ ਰਾਵੀ ਨਦੀ ਦੇ ਕੰਢੇ 'ਤੇ ਆਏ, ਯਾਨੀ ਕਿ ਪਾਕ ਦੇ ਕੋਲ ਪਾਕਿਸਤਾਨ, ਕਿ ਜੋ ਪਾਕਿਸਤਾਨ ਦੇਸ਼ ਹੈ ਉਹਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਸੀ ਆਪਣੇ ਕੇਂਦਰ ਸਰਕਾਰ ਵੱਲੋਂ ਜਿਹੜਾ ਸੀ ਇੱਕ ਕਰਤਾਰਪੁਰ ਲਾਂਘਾ ਜੋ ਖੋਲ੍ਹਿਆ ਗਿਆ ਸੀ, ਉਹ ਇਹੀ ਕਰਤਾਰਪੁਰ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਜਿਹੜਾ ਸੀ ਕਿ ਗੁਰੂ ਸਾਹਿਬਾਨ ਉਹਨਾਂ ਨੇ ਬਾਣੀ ਦੀ ਜਿਹੜੀ ਸੀ ਰਚਨਾ ਕੀਤੀ ਸੀ, ਉਹ ਜਿਹੜੀ ਸੀ ਆਪਣੇ ਬਾਣੀ ਅਸੀਂ ਦੇਖ ਰਹੇ ਹਾਂ ਆਪਣੇ ਜੋ ਜਿਵੇਂ ਕਿ ਜਿਹੜਾ ਸੀ ਜਪਜੀ ਸਾਹਿਬ ਹੈ, ਆਸਾਂ ਦੀ ਵਾਰ ਹੈ, ਸਿੱਧ ਗੋਸ਼ਟ ਹੈ, ਵਾਰ ਮਾਝ ਹੈ, ਵਾਰ ਮਲਾਰ ਹੈ, ਬਾਰਾਮਾ ਹੈ, ਪੱਟੀ ਹੈ, ਅਤੇ ਕੁਝ ਹੋਰ ਮਤਲਬ ਬਾਣੀ ਵੀ ਜਿਹੜਾ ਸੀ ਉਹਨਾਂ ਨੇ ਜਿਹੜਾ ਸੀ ਉਹਨਾਂ ਦਾ ਉਚਾਰਨ ਕੀਤਾ ਜਾਂ ਉਹਦੀ ਰਚਨਾ ਕੀਤੀ। ਇਸ ਤੋਂ ਬਾਅਦ ਅਸੀਂ ਦੂਜੇ ਗੁਰੂ ਸਾਹਿਬਾਨ ਜਿਹੜੇ ਸੀ ਉਹਨਾਂ ਦੀ ਗੱਲ ਕਰਦੇ ਹਾਂ ਕਿ ਦੂਜੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਅੰਗਦ ਦੇਵ ਜੀ, ਜਿਹੜੇ ਗੁਰੂ ਅੰਗਦ ਦੇਵ ਜੀ ਹੋਏ ਸੀ ਦੂਜੇ ਗੁਰੂ ਸਾਹਿਬਾਨ, ਉਹਨਾਂ ਨੇ ਜਿਹੜਾ ਸੀ 62 ਸ਼ਬਦਾਂ ਦੀ ਜਿਹੜੀ ਸੀ ਰਚਨਾ ਕੀਤੀ ਹੈ। ਅਤੇ ਉਹਨਾਂ ਨੇ ਜੋ ਗੁਰਮੁਖੀ ਲਿਪੀ ਹੈ, ਗੁਰਮੁਖੀ ਲਿਪੀ ਮੀਨਸ ਕਿ ਜੋ ਪੰਜਾਬੀ ਦੇ ਲਈ ਜਿਹੜਾ ਸੀ ਢੁਕਵੀਂ ਲਿਪੀ ਕਿਹੜੀ ਹੈ, ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਹਿੰਦੀ ਦੇ ਲਈ ਜਿਹੜਾ ਸੀ ਦੇਵਨਾਗਰੀ ਲਿਪੀ ਹੈ, ਅਤੇ ਜਿਹੜਾ ਸੀ ਜੋ ਇੰਗਲਿਸ਼ ਦੇ ਲਈ ਜਿਹੜਾ ਸੀ ਰੋਮਨ ਲਿਪੀ ਹੈ, ਇਸੇ ਤਰ੍ਹਾਂ ਪੰਜਾਬੀ ਦੇ ਲਈ ਜਿਹੜਾ ਸੀ ਜੋ ਸਪੈਸ਼ਲੀ ਲਿਪੀ ਸੀ ਉਹ ਗੁਰਮੁਖੀ ਲਿਪੀ ਸੀ, ਅਤੇ ਉਹ ਗੁਰਮੁਖੀ ਲਿਪੀ ਜਿਹੜਾ ਸੀ ਉਹਨੂੰ ਹਰਮਨ ਪਿਆਰਾ ਬਣਾਇਆ। ਇਹ ਉਹ ਲਿਪੀ ਸੀ ਕਿ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੀ ਹੋਂਦ ਦੇ ਵਿੱਚ ਆ ਚੁੱਕੀ ਸੀ। ਉਸ ਤੋਂ ਬਾਅਦ ਜਿਹੜਾ ਸੀ ਲੰਗਰ ਪ੍ਰਥਾ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਸ਼ੁਰੂ ਕੀਤੀ ਸੀ, ਉਸ ਨੂੰ ਪ੍ਰਥਾ ਨੂੰ ਅੱਗੇ ਵਧਾਇਆ, ਅਤੇ ਤੁਸੀਂ ਅੱਜ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਦੇਖ ਸਕਦੇ ਹੋ ਕਿ ਜੋ ਲੰਗਰ ਜਿਹੜਾ ਆ ਉਹ ਲਗਾਤਾਰ ਹੀ ਚੱਲਦਾ ਰਹਿੰਦਾ ਹੈ। ਉਸ ਤੋਂ ਬਾਅਦ ਨੰਬਰ 4 'ਤੇ ਉਹਨਾਂ ਨੇ ਗੋਇੰਦਵਾਲ ਨਗਰ ਜਿਹੜਾ ਸੀ ਵਸਾਇਆ ਸੀ। ਗੋਇੰਦਵਾਲ ਸ਼ਹਿਰ ਹੈ ਜੋ ਕਿ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਆ 1546 ਦੇ ਵਿੱਚ। ਅਤੇ ਇੱਕ ਤੁਸੀਂ ਚੀਜ਼ ਆ ਨੋਟ ਕਰ ਲਿਓ ਜੋ ਮੈਂ ਸਰਕਲ ਦੇ ਵਿੱਚ ਕਰ ਰਿਹਾ ਹਾਂ ਕਿ ਜਿਸ ਵਕਤ ਆਪਣੇ ਹਮਾਯੂ ਮੁਗਲ ਬਾਦਸ਼ਾਹ ਜੋ ਕਿ ਉਸ ਵੇਲੇ ਦਿੱਲੀ ਦੇ ਤਖ਼ਤ 'ਤੇ ਬੈਠਾ ਹੋਇਆ ਸੀ, ਅਤੇ ਉਸ ਦਾ ਜਿਹੜਾ ਸੀ ਕਿ ਜੋ ਅਫਗਾਨ ਇੱਕ ਜੋ ਸ਼ਾਸਕ ਸੀ ਸ਼ੇਰ ਸ਼ਾਹ ਸੂਰੀ, ਉਸ ਦੇ ਨਾਲ ਜਦੋਂ ਯੁੱਧ ਹੋਇਆ ਅਤੇ ਉਹ ਲੜਾਈ ਦੇ ਵਿੱਚ ਹਾਰਨ ਤੋਂ ਬਾਅਦ ਜਿਹੜਾ ਸੀ ਕਿ ਉਹ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ ਸੀ। ਉਸ ਤੋਂ ਬਾਅਦ ਅਸੀਂ ਨੰਬਰ 3 'ਤੇ ਗੱਲ ਕਰਦੇ ਹਾਂ ਸ਼੍ਰੀ ਗੁਰੂ ਅਮਰਦਾਸ ਜੀ। ਸ਼੍ਰੀ ਗੁਰੂ ਅਮਰਦਾਸ ਜੀ ਜਿਹੜਾ ਸੀ ਉਹਨਾਂ ਨੇ ਜਿਹੜਾ ਸੀ ਜੋ ਸਿੱਖ ਧਰਮ ਦੇ ਵਿੱਚ ਯੋਗਦਾਨ ਜੋ ਉਹਨਾਂ ਦਾ ਹੋਇਆ ਸੀ ਕਿ ਉਹਨਾਂ ਨੇ ਇੱਕ ਤਾਂ 907 ਸ਼ਬਦਾਂ ਦੀ ਰਚਨਾ ਕੀਤੀ, ਅਤੇ ਜੋ ਗੋਇੰਦਵਾਲ ਸਾਹਿਬ ਆ ਜੋ ਜਿਹੜਾ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਨਗਰ ਵਸਾਇਆ ਸੀ, ਉਹਦੇ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਸੀ, ਜੋ ਕਿ 1552 ਦੇ ਵਿੱਚ ਸ਼ੁਰੂ ਹੋਇਆ ਅਤੇ 1559 ਦੇ ਵਿੱਚ ਮਤਲਬ ਸੰਪੂਰਨ ਹੋਇਆ ਸੀ। ਅਤੇ ਗੁਰੂ ਅਮਰਦਾਸ ਜੀ ਜਿਹੜੇ ਸੀ ਉਹਨਾਂ ਨੂੰ ਆਪਣੇ ਜਿਹੜਾ ਸੀ ਇੱਕ ਮੁਗਲ ਬਾਦਸ਼ਾਹ ਜਿਹੜਾ ਸੀ ਆਪਣਾ ਹਮਾਯੂ ਤੋਂ ਬਾਅਦ ਦਾ ਜਿਹੜਾ ਸੀ ਅਕਬਰ ਆ ਕੇ ਉਹਨਾਂ ਨੂੰ ਮਿਲਿਆ ਸੀ, ਅਤੇ ਉਸਨੇ ਆ ਕੇ ਉਹਨਾਂ ਨੂੰ ਇੱਕ ਮਤਲਬ ਜਿਹੜੇ ਸੀ ਉਹਨਾਂ ਦੀ ਜੋ ਆਪਣੇ ਜੋ ਉਹਨਾਂ ਦੀ ਬੇਟੀ ਸੀ ਬੀਬੀ ਭਾਨੀ ਜੀ, ਉਹਨਾਂ ਨੂੰ ਜ਼ਮੀਨ ਦਿੱਤੀ ਸੀ ਆਪਣੇ ਅਕਬਰ ਨੇ। ਉਸ ਤੋਂ ਬਾਅਦ
ਫਿਰ ਅਸੀਂ ਅੱਗੇ ਦੇਖ ਰਹੇ ਹਾਂ ਕਿ ਜਿਹੜੇ ਆਪਣੇ ਗੁਰੂ ਅਮਰਦਾਸ ਜੀ ਹੋਏ ਆ, ਉਹਨਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ, ਯਾਨੀ ਕਿ 22 ਮੰਜੀਆਂ ਸੀ। ਇਸ ਦਾ ਉਦੇਸ਼ ਇਹ ਸੀ ਕਿ ਜਿਹੜੀਆਂ ਮੰਜੀਆਂ ਆ, ਸਿੱਖ ਧਰਮ ਦਾ ਜਿਹੜਾ ਪ੍ਰਚਾਰ ਕਰਨਾ ਆ, ਕਿ ਜਿੰਨਾ ਜ਼ਿਆਦਾ ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰਾਂਗੇ ਉਨਾ ਜ਼ਿਆਦਾ ਜਿਹੜਾ ਸੀ ਸਿੱਖ ਧਰਮ ਅੱਗੇ ਵਧੇ ਫੁੱਲੇਗਾ। ਅਤੇ ਇੱਕ ਉਹਨਾਂ ਨੇ ਅਗਲਾ ਜੋ ਕੰਮ ਕੀਤਾ ਸੀ ਕਿ ਆਨੰਦ ਸਾਹਿਬ ਦੀ ਨਾਮ ਦੀ ਬਾਣੀ ਦੀ ਰਚਨਾ ਕੀਤੀ, ਆਨੰਦ ਸਾਹਿਬ, ਅਤੇ ਉਹਦੇ ਵਿੱਚ 40 ਜੋ ਪੌੜੀਆਂ ਆ। ਉਸ ਤੋਂ ਬਾਅਦ ਜਿਹੜਾ ਸੀ ਕਿ ਗੁਰੂ ਅਮਰਦਾਸ ਜੀ ਨੇ ਜੋ ਸਮਾਜ ਦੇ ਵਿੱਚ ਸੁਧਾਰ ਕੀਤੇ, ਉਹ ਕਿਹੜੇ ਸੀ, ਅਸੀਂ ਮਤਲਬ ਉਸ ਨੂੰ ਰੀਡ ਕਰ ਰਹੇ ਹਾਂ। ਕਿ ਸਭ ਤੋਂ ਪਹਿਲਾਂ ਉਹਨਾਂ ਨੇ ਵਿਰੋਧ ਕੀਤਾ ਸੀ ਉਸ ਚੀਜ਼ ਦਾ। ਉਹਨਾਂ ਨੇ ਜਿਹੜਾ ਸੀ ਬਾਲ ਵਿਵਾਹ, ਯਾਨੀ ਕਿ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਜਿਹੜਾ ਸੀ ਬੱਚਾ ਆ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਸ ਦੀ ਵਿਆਹ ਜਿਹੜੀ ਸੀ ਮੈਰਿਜ ਉਹਦੇ ਹੱਕ ਵਿੱਚ ਨਹੀਂ ਸਨ। ਉਸ ਤੋਂ ਬਾਅਦ ਜਿਹੜਾ ਸੀ ਕਿ ਜੋ ਪਰਦਾ ਪ੍ਰਥਾ ਆ, ਕਿ ਆਪਣੇ ਆਪ ਨੂੰ ਜਿਹੜਾ ਸੀ ਜੋ ਪਰਦੇ 'ਚ ਰਹਿਣਾ, ਉਸ ਦੀ ਵੀ ਉਹਨਾਂ ਨੇ ਨਿਖੇਧੀ ਕੀਤੀ। ਜਾਤੀ ਪ੍ਰਥਾ, ਉਹਨਾਂ ਨੇ ਕਿਹਾ ਕਿ ਸਾਰੇ ਮਤਲਬ ਜਾਤ ਪਾਤ ਦੇ ਵਿੱਚ ਕੋਈ ਉੱਚਾ ਨੀਵਾਂ ਨਹੀਂ ਹੋ, ਸਾਰੇ ਬਰਾਬਰ ਨੇ, ਕੋਈ ਉੱਚੀ ਜਾਤ ਨਹੀਂ, ਕੋਈ ਨੀਵੀਂ ਜਾਤ ਨਹੀਂ। ਅਤੇ ਛੂਆ-ਛਾਤ ਦੇ ਵਿੱਚ ਕਹਿ ਦਿੱਤਾ ਸੀ ਉਹਨਾਂ ਨੇ ਕਿ ਹਰ ਕੋਈ ਇਨਸਾਨ ਜਿਹੜਾ ਆ ਇੱਕੋ ਜਗ੍ਹਾ 'ਤੇ ਬੈਠ ਕੇ ਜਿਹੜਾ ਸੀ ਪ੍ਰਸ਼ਾਦਾ ਜਿਹੜਾ ਸੀ ਛਕ ਸਕਦਾ ਹੈ। ਉਸ ਤੋਂ ਬਾਅਦ ਜਿਹੜਾ ਸੀ ਗੁਰੂ ਅਮਰਦਾਸ ਜੀ ਵਿਧਵਾ ਵਿਆਹ ਦੇ ਹੱਕ ਵਿੱਚ ਆਏ ਸੀ। ਉਹ ਕਹਿੰਦੇ ਕਿ ਜੇਕਰ ਕੋਈ ਲੇਡੀ ਜਿਹੜੀ ਹੈ ਉਹ ਵਿਧਵਾ ਹੋ ਜਾਂਦੀ ਹੈ ਤਾਂ ਉਸ ਨੂੰ ਮਤਲਬ ਵਿਆਹ ਕਰਵਾਉਣ ਦਾ ਪੂਰਾ ਅਧਿਕਾਰ ਹੈ। ਉਸ ਤੋਂ ਬਾਅਦ ਜਿਹੜਾ ਸੀ ਕਿ ਨੰਬਰ 4 ਦੇ ਵਿੱਚ ਅਸੀਂ ਪੜ੍ਹ ਰਹੇ ਹਾਂ ਕਿ ਸ਼੍ਰੀ ਗੁਰੂ ਰਾਮਦਾਸ ਜੀ, ਕਿ ਸ਼੍ਰੀ ਗੁਰੂ ਰਾਮਦਾਸ ਜੀ ਨੇ ਜੋ ਸਿੱਖ ਧਰਮ ਦੇ ਵਿੱਚ ਯੋਗਦਾਨ ਦਿੱਤਾ ਸੀ, ਉਹਨਾਂ ਨੇ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਸੀ 1577 ਦੇ ਵਿੱਚ। ਇਸ ਨੂੰ ਅਸੀਂ ਪਹਿਲਾਂ ਰੀਡ ਕਰ ਚੁੱਕੇ ਹਾਂ। ਅਤੇ ਉਸ ਤੋਂ ਬਾਅਦ ਉਹਨਾਂ ਨੇ 2 ਸਰੋਵਰਾਂ ਦੀ ਖੁਦਾਈ ਕੀਤੀ ਸੀ, ਇੱਕ ਅੰਮ੍ਰਿਤਸਰ ਸਰੋਵਰ ਹੈ, ਇੱਕ ਸੰਤੋਖਸਰ ਹੈ। ਅਤੇ ਜਿਹੜੇ ਇਹ ਸਰੋਵਰ ਸੀ ਦੋਨੋਂ, ਇਹਨਾਂ ਦੋਨੋਂ ਜਿਹੜਾ ਸੀ ਕਿ ਸਰੋਵਰ ਦੇ ਲਈ ਉਹਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ। ਮਸੰਦ ਪ੍ਰਥਾ ਸੀ ਕਿ ਸੰਗਤ ਦੇ ਕੋਲੋਂ ਜਿਹੜਾ ਸੀ ਪੈਸਾ ਇਕੱਠਾ ਕਰਨਾ ਅਤੇ ਇਹਨਾਂ 'ਤੇ ਜੋ ਕਿ ਇਹ ਕੰਮ ਜਿਹੜਾ ਸੀ ਆਪਣੇ ਜਿਹੜਾ ਸੀ ਉਹ ਸੰਪੂਰਨ ਹੋ ਸਕੇ। ਉਸ ਤੋਂ ਬਾਅਦ 679 ਸ਼ਬਦ ਜਿਹੜੇ ਆ ਉਹਨਾਂ ਦੀ ਰਚਨਾ ਕੀਤੀ। ਉਸ ਤੋਂ ਬਾਅਦ 4 ਲਾਮਾ, ਜੋ ਕਿ ਅੱਜ ਕੱਲ੍ਹ ਅਸੀਂ ਮੈਰਿਜ ਦੇ ਵੀ ਦੇਖਦੇ ਹਾਂ, ਉਸ ਨੂੰ ਵੀ ਆਪਣੇ ਸ਼ੁਰੂ ਕੀਤਾ ਗਿਆ ਸੀ। ਅਤੇ ਗੁਰੂ ਰਾਮਦਾਸ ਜੀ ਨੇ ਜਿਹੜਾ ਸੀ ਖੰਡਨ ਕੀਤਾ ਸੀ ਆਪਣੇ ਜਾਤੀ ਪ੍ਰਥਾ ਦਾ, ਬਾਲ ਵਿਵਾਹ ਦਾ। ਅਤੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਵਿਧਵਾ ਵਿਆਹ ਦੀ ਵੀ ਉਹ ਮਤਲਬ ਹੱਕ 'ਚ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਇਸ ਚੀਜ਼ ਦਾ ਵੀ ਖੰਡਨ ਕੀਤਾ ਸੀ ਕਿ ਜੇਕਰ ਕੋਈ ਰੋਕ ਰਹੇ ਸੀ ਕਿ ਵਿਧਵਾ ਵਿਆਹ ਜਿਹੜਾ ਸੀ ਉਹਦੀ ਮਨਾਹੀ ਕਰਨੀ ਜਾਂ ਨਹੀਂ, ਉਹ ਕਹਿ ਰਹੇ ਸੀ ਉਹਦੇ ਹੱਕ ਦੇ ਵਿੱਚ ਆਏ ਸਨ। ਉਸ ਤੋਂ ਬਾਅਦ ਉਹਨਾਂ ਨੇ ਜੋ ਸੰਗਤ ਅਤੇ ਪੰਗਤ ਆ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਸ਼ੁਰੂ ਕੀਤਾ ਸੀ, ਅਤੇ ਜਿਹੜੇ ਆਪਣੇ ਮੰਜੀ ਪ੍ਰਥਾ ਆ ਜੋ ਕਿ ਗੁਰੂ ਅਮਰਦਾਸ ਜੀ ਨੇ ਕੀਤਾ ਸੀ, ਉਹਨਾਂ ਨੂੰ ਲਗਾਤਾਰ ਜਾਰੀ ਰੱਖਿਆ। ਉਸ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ, ਕਿ ਗੁਰੂ ਅਰਜਨ ਦੇਵ ਜੀ ਦਾ ਉਹਨਾਂ ਦਾ ਸਿੱਖ ਧਰਮ ਦੇ ਪ੍ਰਤੀ ਕੀ ਯੋਗਦਾਨ ਰਿਹਾ। ਸਭ ਤੋਂ ਪਹਿਲਾਂ ਮਹਾਨ ਕੰਮ ਉਹਨਾਂ ਨੇ ਹਰਿਮੰਦਰ ਸਾਹਿਬ, ਉਹਨਾਂ ਦਾ ਨਿਰਮਾਣ ਜੋ ਕਿ 1588 'ਚ ਸ਼ੁਰੂ ਹੋਇਆ ਸੀ, ਲੋਹੜੀ ਵਾਲੇ ਦਿਨ 13 ਜਨਵਰੀ ਅਤੇ 1601 ਦੇ ਵਿੱਚ ਸੰਪੂਰਨ ਕੀਤਾ। ਉਸ ਤੋਂ ਬਾਅਦ ਜਿਹੜਾ ਸੀ ਲੜੀਵਾਰ ਉਹਨਾਂ ਨੇ ਫਿਰ ਤਰਨਤਾਰਨ ਨਗਰ ਹੈ ਆਪਣੇ, ਜੋ ਕਿ ਸ਼ਹਿਰ ਜਿਹੜਾ ਜਾਂ ਨਗਰ ਆ, ਇਲਾਕਾ ਆ, ਜਾਂ ਕੋਈ ਇਤਿਹਾਸਿਕ ਸਥਾਨ ਆ ਕਹਿ ਸਕਦੇ ਹੋ ਤੁਸੀਂ, ਉਸ ਦੀ ਜਿਹੜੀ ਸੀ ਸਥਾਪਨਾ 1590 'ਚ ਕੀਤੀ ਹੈ। ਫਿਰ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਕਰਤਾਰਪੁਰ ਜਿਹੜਾ ਸੀ ਨਗਰ ਹੈ, ਉਹਦੀ ਸਥਾਪਨਾ 1593 ਦੇ ਵਿੱਚ ਕੀਤੀ ਹੈ। ਫਿਰ ਉਸ ਤੋਂ ਬਾਅਦ ਹਰਗੋਬਿੰਦਪੁਰਾ ਜੋ ਕਿ ਗੁਰਦਾਸਪੁਰ ਦੇ ਵਿੱਚ ਹੈ, ਉਹਦੀ ਸਥਾਪਨਾ 1595 ਵਿੱਚ ਕੀਤੀ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਦਸਵੰਧ ਕੱਢਣ ਦੀ ਜਿਹੜੀ ਸੀ ਪ੍ਰਥਾ ਸੀ ਕਿ ਤੁਸੀਂ ਆਪਣੀ ਆਮਦਨ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਆ ਉਹ ਦੇਣਾ ਆ, ਉਹ ਪ੍ਰਥਾ ਕਿਹਨਾਂ ਨੇ ਚਲਾਈ ਸੀ, ਗੁਰੂ ਅਰਜਨ ਦੇਵ ਜੀ ਨੇ। ਉਸ ਤੋਂ ਬਾਅਦ ਜਿਹੜਾ ਸੀ ਕਿ ਉਹਨਾਂ ਦਾ ਇੱਕ ਹੋਰ ਜੋ ਮਹਾਨ ਜੋ ਕਾਰਜ ਹੋਇਆ ਸੀ, ਉਹ ਸੀ ਕਿ ਆਦਿ ਗ੍ਰੰਥ ਦਾ ਸੰਕਲਨ, ਜੋ ਕਿ 1604 ਦੇ ਵਿੱਚ ਜਿਹੜਾ ਸੀ ਆਪਣੇ ਸੰਪੂਰਨ ਹੋਇਆ ਸੀ। ਹੁਣ ਇਹਦੇ ਵਿੱਚ ਇੱਕ ਚੀਜ਼ ਹੈ ਕਿ ਅਸੀਂ ਇੱਥੇ ਜੋ ਆਦਿ ਗ੍ਰੰਥ ਹੈ, ਜੋ ਕਿ ਅੱਗੇ ਚੱਲ ਕੇ ਅਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮੰਨਿਆ ਸੀ, ਉਹਨਾਂ ਦੇ 1430 ਜੋ ਮਤਲਬ ਅੰਗ ਹੈ। ਅਤੇ ਜੇ ਹੁਣ ਇਹਨਾਂ ਨੂੰ ਅਸੀਂ ਥੋੜ੍ਹਾ ਡੂੰਘਾਈ 'ਚ ਸਮਝਦੇ ਹਾਂ ਤਾਂ ਉਹ 1400 ਜੋ 30 ਅੰਗ ਹੈ, ਉਹਨਾਂ ਨੂੰ 3 ਹਿੱਸਿਆਂ ਦੇ ਵਿੱਚ ਜਿਹੜਾ ਸੀ ਆਪਣੇ ਮਤਲਬ ਜਿਹੜਾ ਸੀ ਦੇਖ ਸਕਦੇ ਹਾਂ। ਜਿਵੇਂ ਕਿ ਪਹਿਲਾ ਹਿੱਸਾ ਜਿਹੜਾ ਆ ਉਹ 1 ਤੋਂ 13 ਅੰਗਾਂ ਤੱਕ ਹੈ। ਦੂਸਰਾ ਹਿੱਸਾ ਜਿਹੜਾ ਸੀ 14 ਤੋਂ 1353 ਅੰਗਾਂ ਤੱਕ ਹੈ। ਅਤੇ ਤੀਜਾ ਹਿੱਸਾ ਜਿਹੜਾ ਆ ਉਹ 1353 ਤੋਂ 1430 ਤੱਕ ਹੈ। ਅਤੇ ਜੋ ਦੂਜਾ ਹਿੱਸਾ ਆ ਉਹਦੀ ਜਿਹੜਾ ਸੀ 31 ਭਾਗਾਂ ਦੇ ਵਿੱਚ ਜਿਹੜਾ ਸੀ ਆਪਣੇ ਦੂਜੇ ਹਿੱਸੇ ਦੀ ਜਿਹੜੀ ਸੀ ਉਹ ਵੰਡ ਕੀਤੀ ਗਈ ਹੈ। ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਜੋ ਸ਼੍ਰੀ ਗੁਰੂ ਹਰਗੋਬਿੰਦ ਜੀ ਸਾਡੇ 6ਵੇਂ ਗੁਰੂ ਸਾਹਿਬਾਨ ਹੋਏ ਆ, ਉਹਨਾਂ ਨੇ ਅਕਾਲ ਤਖਤ ਦੀ ਉਸਾਰੀ ਕਰਵਾਈ ਸੀ 1606 ਦੇ ਵਿੱਚ, ਯਾਨੀ ਕਿ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਬਿਲਕੁਲ ਉਹਦੇ ਸਾਹਮਣੇ, ਯਾਨੀ ਕਿ 1606 ਦੇ ਵਿੱਚ ਸ਼ੁਰੂ ਕੀਤਾ ਅਤੇ 9 'ਚ ਸੰਪੂਰਨ ਹੋਇਆ। ਇੱਕ 12 ਫੁੱਟ ਉੱਚਾ ਥੜਾ ਸੀ। ਅਤੇ ਉਸ ਤੋਂ ਬਾਅਦ ਜਿਹੜਾ ਸੀ ਕਿ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਰਵਾਈ ਉਹਨਾਂ ਨੇ 1609 ਦੇ ਵਿੱਚ, ਅਤੇ ਸੱਚਾ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ ਹੈ।
ਤੇ ਉਸ ਦੇ ਨਾਲ ਹੀ ਜੋ ਉਹਨਾਂ ਨੇ ਇੱਕ ਮੇਨ ਜੋ ਕੰਮ ਕੀਤਾ ਆ ਕਿ ਜੋ ਮੀਰੀ ਤੇ ਪੀਰੀ ਨਾਂ ਦੀਆਂ ਜਿਹੜੀਆਂ ਸੀ ਕਿ ਦੋ ਤਲਵਾਰਾਂ ਜਿਹੜੀਆਂ ਸੀ ਧਾਰਨ ਕੀਤੀਆਂ ਸੀ ਕਿ ਜਿੱਥੇ ਮੀਰੀ ਜਿਹੜੀ ਹੈ ਉਹ ਦੁਨਿਆਵੀ ਮਤਲਬ ਜਿਹੜਾ ਸੀ ਕਿ ਦੁਨਿਆਵੀ ਮਤਲਬ ਉਹਦੀ ਪਹਿਲ ਕਰਦੀ ਸੀ, ਉਹਦੀ ਪ੍ਰਤੀਕ ਸੀ, ਤੇ ਮੀਰੀ ਜਿਹੜੀ ਸੀ ਤੇ ਧਾਰਮਿਕ ਜੋ ਮਤਲਬ ਕੰਮ ਦੀ ਅਗਵਾਈ ਜਿਹੜੀ ਸੀ ਉਹ ਕਰਦੀ ਸੀ। ਉਸ ਤੋਂ ਬਾਅਦ ਜੋ ਲਾਸਟ ਹੈ ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਜੋ ਸਿੱਖ ਧਰਮ ਦੇ ਵਿੱਚ ਉਹਨਾਂ ਦਾ ਜੋ ਕੰਟਰੀਬਿਊਸ਼ਨ ਰਿਹਾ ਹੈ, ਉਹਨਾਂ ਨੇ ਇੱਕ ਤਾਂ ਜੋ ਮਸੰਦ ਪ੍ਰਥਾ ਆ ਜੋ ਕਿ ਆਪਣੇ ਅੰਮ੍ਰਿਤਸਰ ਅਤੇ ਸੰਤੋਖ ਸਰ ਦਾ ਜੋ ਆਪਣੇ ਸ਼ੁਰੂ ਕੀਤਾ ਗਿਆ ਸੀ ਸਰੋਵਰਾਂ ਦੀ ਖੁਦਾਈ ਲਈ, ਉਹਨਾਂ ਨੇ ਦੇਖਿਆ ਕਿ ਪੈਸਾ ਸਹੀ ਜਗ੍ਹਾ ਨਹੀਂ ਲੱਗ ਰਿਹਾ ਤੇ ਉਹਨਾਂ ਨੇ ਇਸ ਨੂੰ ਖਤਮ ਕਰਤਾ। ਉਸ ਤੋਂ ਬਾਅਦ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਜਿਹੜੀ ਸੀ ਕਿ ਜੋ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ 1699 ਦੇ ਵਿੱਚ ਕੇਸਗੜ੍ਹ ਸਾਹਿਬ ਦੇ ਵਿੱਚ। ਕੇਸਗੜ੍ਹ ਸਾਹਿਬ ਮਤਲਬ ਉਹ ਪਲੇਸ ਸੀ ਜਿੱਥੇ ਉਹਨਾਂ ਨੇ ਉਹ ਕੀਤੀ ਸੀ। ਅਤੇ ਇਸ ਚੀਜ਼ ਦੀ ਬੇਟਾ ਥੋੜ੍ਹੀ ਡਾਊਟ ਹੈ, ਉਹ ਤੁਸੀਂ ਇਸ ਨੂੰ ਚਾਹੇ ਨੋਟ ਨਾ ਕਰਿਓ, ਵੈਸੇ 1699 ਠੀਕ ਹੈ। ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਉਹ ਪਸੰਦ ਆਈ ਹੋਏਗੀ। ਅਤੇ ਇਸ ਤਰ੍ਹਾਂ ਇਹ ਸਾਡੀਆਂ ਜੋ ਚਾਰ ਜੋ ਮਤਲਬ ਪਾਠ ਦੇ ਵਿੱਚ ਅਸੀਂ ਸਿੱਖ ਗੁਰੂ ਸਾਹਿਬਾਨ ਦੇ ਬਾਰੇ ਜਿਹੜਾ ਅਸੀਂ ਪੜ੍ਹਿਆ ਆ ਕਿ ਸਾਡੇ ਫਸਟ ਗੁਰੂ ਸਾਹਿਬਾਨ ਤੋਂ ਲੈ ਕੇ ਉਹਨਾਂ ਤੋਂ ਆਪਣੇ ਜੋ 10ਵੇਂ ਗੁਰੂ ਸਾਹਿਬਾਨ ਉਹਨਾਂ ਦਾ ਸਿੱਖ ਧਰਮ ਦੇ ਵਿੱਚ ਕੀ ਯੋਗਦਾਨ ਰਿਹਾ ਆ ਉਹ ਤੁਸੀਂ ਪੜ੍ਹ ਚੁੱਕੇ ਹੋ। ਅਤੇ ਇਸ ਤਰ੍ਹਾਂ ਅਸੀਂ ਅੱਗੇ ਚੱਲ ਕੇ ਵੀ ਮਤਲਬ ਤੁਹਾਨੂੰ ਈਜ਼ੀ ਟ੍ਰਿਕ ਦੇ ਵਿੱਚ ਜਿਹੜਾ ਸੀ ਹਰ ਆਪਣੇ ਜੋ SST ਦੇ ਜਿਹੜੇ ਸੀ ਸਬਜੈਕਟ ਹੈ ਉਹਦੇ ਬਾਰੇ ਤੁਹਾਨੂੰ ਟ੍ਰਿਕ ਜਿਹੜਾ ਸੀ ਉਹ ਦਿੰਦੇ ਰਹਾਂਗੇ। ਧੰਨਵਾਦ ਬਹੁਤ ਬਹੁਤ।